किताब झटका प्रकाश। लेखक ਗਿਆਨੀ नरंजन सिंह सरल। भाग 14वां। आवाज़ भाई गुरजंट सिंह रूपवाली। ਨਿਹੰਗਾਂ ਸਿੰਘਾਂ ਉੱਤੇ ਹਮਲਾ। ਅਕਾਲੀ ਕੌਰ ਸਿੰਘ ਜੀ ਨਿਹੰਗ ਨੂੰ ਖੂਨੀ ਆਖਿਆ ਗਿਆ। ਭਾਈ ਨਰਿੰਦਰ ਸਿੰਘ ਜੀ ਦਾ ਖੂਨ ਕਿਸ ਦੇ ਜ਼ਿੰਮੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਹੰਗਾਂ ਸਿੰਘਾਂ ਉੱਤੇ ਹਮਲੇ। ਸਿੰਘ ਗੁਰਧਾਮਾਂ ਵਿੱਚ ਬੱਕਰੇ ਝਟਕਾ ਕੇ ਉਹਨਾਂ ਦੇ ਲਹੂ ਦਾ ਤਿਲਕ ਸ਼ਾਸਤਰਾਂ ਨੂੰ ਲਗਾਉਂਦੇ ਹਨ। ਭਾਈ ਰਣਧੀਰ ਸਿੰਘ ਉਸ ਦਾ ਖੰਡਨ ਇਸ ਤਰ੍ਹਾਂ ਕਰਦੇ ਹਨ। ਇਹ ਰੀਤ ਕੁਰੀਤ ਵੀ ਦਸ਼ਮੇਸ਼ ਜੀ ਦੇ ਪਿੱਛੋਂ ਅੱਧ ਪਚਦੀਏ ਹਿੰਦੂ ਖਿਆਲੀਏ ਨਕਲੀ ਨਿਹੰਗਾਂ ਨੇ ਹੀ ਚਲਾਈ ਹੈ, ਜੋ ਭਗਉਤੀ ਦੇਵੀ ਦੇ ਉਪਾਸ਼ਕ ਹਨ। ਅਸਲ ਗੱਲ ਤਾਂ ਇਹ ਹੈ ਕਿ ਸ੍ਰੀ ਦਸ਼ਮੇਸ਼ ਜੀ ਦੀ ਬਾਣੀ ਦਾ ਭਾਵ ਨਾ ਸਮਝਣ ਕਰਕੇ ਕਈ ਸੱਜਣ ਭੁਲੇਖੇ ਵਿੱਚ ਪੈ ਜਾਂਦੇ ਹਨ। ਜੇ ਕਿਤੇ ਨਿਹੰਗਾਂ ਸਿੰਘਾਂ ਨੂੰ ਕੋਈ ਮੁਗਾਲਤਾ ਲੱਗਾ ਹੈ ਤਾਂ ਇਹ ਇਸੇ ਤਰ੍ਹਾਂ ਸਮਝੋ ਜਿਸ ਤਰ੍ਹਾਂ ਕਿ ਭਾਈ ਰਣਧੀਰ ਸਿੰਘ ਜੀ ਖੁਦ ਭਗਤ ਕਬੀਰ ਜੀ ਦੀ ਬਾਣੀ ਦੇ ਡੂੰਘੇ ਭਾਵ ਨੂੰ ਨਾਮ ਸਮਝ ਕੇ ਪੁੱਠੀ ਪੈਰੀ ਜੈਨ ਮਤ ਵਾਲੇ ਖੂਹ ਵਿੱਚ ਡਿੱਗ ਪਏ ਹਨ। ਅਸਲੀ ਤੌਰ ਤੇ ਨਿਹੰਗ ਸਿੰਘ ਕਦੇ ਦੇਵੀ ਦੇ ਭਗਤ ਨਹੀਂ ਬਣੇ। ਗੁਰੂ ਮਹਾਰਾਜ ਦੀਆਂ ਜੰਗੀ ਸਪਿਰਟ ਪੈਦਾ ਕਰਨ ਵਾਲੀਆਂ ਬਾਣੀਆਂ ਜ਼ਰੂਰ ਪੜ੍ਹਦੇ ਹਨ ਤੇ ਉਹਨਾਂ ਵਿੱਚ ਚੰਡੀ ਦੀ ਵਾਰ ਇੱਕ ਖੜਕੇਦਾਰ ਬਾਣੀ ਹੈ। ਸਹਿਜੇ ਸਹਿਜੇ ਚਿਰ ਪਾ ਕੇ ਕਈ ਭੋਲੇ ਭਾਲੇ ਨਿਹੰਗ ਸਿੰਘਾਂ ਨੂੰ ਭਰਮ ਪੈਣਾ ਸ਼ੁਰੂ ਹੋ ਗਿਆ ਕਿ ਸ਼ਾਇਦ ਇਹ ਕਿਸੇ ਦੇਵੀ ਦੀ ਭਗਤੀ ਹੋ ਰਹੀ ਹੈ। ਗੁਰੂ ਸਾਹਿਬ ਤਾਂ ਆਪਣੀ ਬਾਣੀ ਵਿੱਚ ਆਪਣੀ ਪੂਜ ਦੇਵੀ ਉਸ ਅਕਾਲ ਪੁਰਖ ਦੀ ਸਤਾ ਨੂੰ ਹੀ ਸਮਝਦੇ ਸਨ। ਉਹਨਾਂ ਕਹਿ ਵੀ ਦਿੱਤਾ ਹੈ, ਜਥਾ ਸਵਈਆ ਜਾ ਕੀ ਕਲਾ ਵਰਤੇ ਜਗ ਮੇਂ, ਅਰ ਜਾ ਕੀ ਕਲਾ ਸਭ ਰੂਪਨ ਮੈਂ, ਫੁਨ ਜਾ ਕੀ ਕਲਾ ਬਿਮਲਾ ਹਰ ਕੇ, ਕਮਲਾ ਪਤ ਕੇ ਕਮਲਾ ਤਨ ਮੈਂ, ਫੁਨ ਜਾ ਕੀ ਕਲਾ ਗਿਰ ਰੂਖਨ ਮੈਂ, ਸਸ ਪੂਖਨ ਮੈਂ, ਮਗਵਾ ਘਨ ਮੈਂ, ਸੋ ਤੂੰ ਨਹੀਂ ਜਾਨੀ ਭਵਾਨੀ ਕਲਾ, ਜਗ ਮਾਨੀ ਤੋ ਧਿਆਨ ਧਰਮ ਹੈ। ਗੁਰੂ ਜੀ ਨੇ ਇਸ ਸ਼ਕਤੀ ਨੂੰ ਹਥਿਆਰਾਂ ਦੇ ਨਾਮ ਨਾਲ ਹੀ ਪੁਕਾਰਨਾ ਸ਼ੁਰੂ ਕਰ ਦਿੱਤਾ। ਖੜਗ, ਤਲਵਾਰ, ਭਗੌਤੀ ਵਗੈਰਾ। ਨਿਹੰਗ ਸਿੰਘ ਵੀ ਇਸੇ ਰੀਤ ਉੱਤੇ ਚੱਲਦੇ ਰਹੇ। ਪਰ ਜਿਸ ਤਰ੍ਹਾਂ ਹਿੰਦੂ ਲੋਕ ਮਿੱਟੀ, ਪੱਥਰ ਤੇ ਲੱਕੜੀ ਦੀਆਂ ਦੇਵੀਆਂ ਬਣਾ ਕੇ ਪੂਜਦੇ ਹਨ, ਇਸ ਸ਼ਕਲ ਵਿੱਚ ਤਾਂ ਨਿਹੰਗਾਂ ਸਿੰਘਾਂ ਨੇ ਕਦੇ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕੀਤੀ। ਜੇ ਇਹ ਹਿੰਦੂਆਂ ਵਾਲੀ ਦੇਵੀ ਦੇ ਉਪਾਸ਼ਕ ਹੁੰਦੇ ਤਾਂ ਉਹ ਮੌਲੀ ਦੇ ਆਟੇ ਗਲਾਂ ਵਿੱਚ ਪਾ ਕੇ ਕਦੇ ਕਾਲੀ ਕਲਕੱਤੇ ਵਾਲੀ ਤੇ ਕਦੀ ਕਾਂਗੜੇ ਵਾਲੀ ਲਾਟਾਂ ਵਾਲੀ ਦੇ ਦਰਸ਼ਨਾਂ ਨੂੰ ਇਸੇ ਤਰ੍ਹਾਂ ਹੁਮ ਹੁਮਾ ਕੇ ਜਾਂਦੇ, ਜਿਸ ਤਰ੍ਹਾਂ ਕਿ ਸ੍ਰੀ ਅਨੰਦਪੁਰ ਸਾਹਿਬ, ਹਜੂਰ ਸਾਹਿਬ ਦੇ ਹੋਲੇ ਮਹੱਲਿਆਂ ਉੱਤੇ ਜਾਂਦੇ ਹਨ ਤੇ ਨਾਲੇ ਗੁਰਬਾਣੀ ਦੇ ਸ਼ਬਦਾਂ ਦੀ ਬਜਾਏ ਇਹ ਭੇਟਾਂ ਗਾਉਂਦੇ ਜਾਂਦੇ ਕਿ ਨੰਗੀ ਨੰਗੀ ਪੈਰੀ ਮਾਤਾ ਅਕਬਰ ਆਇਆ ਤੇ ਸੋਨੇ ਦਾ ਛਤਰ ਚੜਾਇਆ। ਪਰ ਐਸੀ ਕੋਈ ਮਿਸਾਲ ਸਾਡੇ ਸਾਹਮਣੇ ਨਹੀਂ। ਸਗੋਂ ਨਿਹੰਗਾਂ ਸਿੰਘਾਂ ਦੀ ਜਦ ਚੜ੍ਹਦੀ ਕਲਾ ਹੋਈ ਤਾਂ ਮੜੀ ਗੌਰ ਦੇਵਲ ਮਸੀਤ ਢਾਹ ਕੀਤੇ ਮੈਦਾਨਾਂ ਵਾਲੀ ਮਿਸਾਲ ਕਾਇਮ ਕੀਤੀ। ਉਹ ਤਾਂ ਦਸ਼ਮੇਸ਼ ਪਿਤਾ ਵਾਂਗੂ ਵਾਹਿਗੁਰੂ ਦੇ ਦਰਸ਼ਨ ਚਮਕਦੀ ਹੋਈ ਤਲਵਾਰ ਵਿੱਚੋਂ ਕਰ ਰਹੇ ਹਨ। ਉਸੇ ਨੂੰ ਭਵਾਨੀ, ਕਾਲੀ ਤੇ ਚੰਡਕਾ ਆਦਿਕ ਨਾਮਾਂ ਨਾਲ ਸੰਬੋਧਨ ਕੀਤਾ ਗਿਆ। ਹੋਰ ਛਤਰੀ ਧਰਮ ਦੀ ਮਰਜ਼ਾਦਾ ਕਾਇਮ ਰੱਖਣ ਲਈ ਤੇ ਬੱਕਰਿਆਂ ਦੇ ਝਟਕਾਏ ਜਾਣ ਦਾ ਅਸੂਲ ਹਮੇਸ਼ਾ ਲਈ ਕਾਇਮ ਰੱਖਣ ਲਈ ਬੱਕਰੇ ਝਟਕਾ ਕੇ ਸ਼ਸਤਰਾਂ ਨੂੰ ਤਿਲਕ ਲਾਉਣ ਦੀ ਪਰੰਪਰਾ ਨਿਹੰਗਾਂ ਸਿੰਘਾਂ ਕਾਇਮ ਰੱਖੀ ਹੋਈ ਹੈ। ਇਹ ਮਰਜ਼ਾਦਾ ਹੁਣ ਤੱਕ ਸਾਰੇ ਤਖਤਾਂ ਉੱਤੇ ਵੀ ਕਾਇਮ ਰਹੀ ਹੈ। ਪਰ ਜੇ ਕਿਸੇ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਤਾਂ ਇਹ ਪੂਰੀ ਮਨਮਤ ਹੋਵੇ। ਸੋ ਇਸ ਲਈ ਕਲਗੀਧਰ ਦੇ ਤਿਆਰ ਬਰ ਤਿਆਰ ਤੇ ਕੱਟੜ ਸਿੰਘਾਂ ਨੂੰ ਦੇਵੀ ਦੇ ਭਗਤ ਆਖਣਾ ਉਹਨਾਂ ਦੀ ਸਖਤ ਹੱਤਕ ਹੈ। ਨਿਹੰਗਾਂ ਸਿੰਘਾਂ ਵਿੱਚ ਇਹ ਵਿਸ਼ੇਸ਼ਤਾ ਹੈ ਕਿ ਉਹਨਾਂ ਨੇ ਸਿੰਘਾਂ ਵਾਲੀਆਂ ਕਈ ਰਸਮਾਂ ਨੂੰ ਬੜੀ ਦ੍ਰਿੜਤਾ ਨਾਲ ਕਾਇਮ ਰੱਖਿਆ। 5 ਕਕਾਰ ਦੀ ਰਹਿਤ, ਅੰਮ੍ਰਿਤ ਛਕਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਮਨੁੱਖ ਨੂੰ 11ਵਾਂ 12ਵਾਂ ਗੁਰੂ ਨਾ ਮੰਨਣਾ, ਬਾਣੀ ਦਾ ਪਾਠ ਤੇ ਹਰ ਵੇਲੇ ਸ਼ਾਸਤਰਾਂ ਨਾਲ ਸਨੱਧਬੱਧ ਰਹਿਣਾ ਆਦਿ। ਬਾਣੀਆਂ ਦਾ ਪਾਠ ਬਹੁਤ ਸਿੰਘ ਕਰਦੇ ਹਨ, ਪਰ ਨਿਰਾ ਬਾਣੀ ਦਾ ਪਾਠ ਕਰਨਾ ਹੀ ਸਿੱਖੀ ਨਹੀਂ। ਪੂਰਾ ਸਿੰਘ ਉਹ ਹੋ ਸਕਦਾ ਹੈ ਜਿਹੜਾ ਸਤਿਗੁਰੂ ਦੇ ਹੁਕਮ ਅਨੁਸਾਰ ਸ਼ਸਤਰ ਧਾਰੀ ਵੀ ਹੋਵੇ। ਇਤਿਹਾਸਾਂ ਵਿੱਚ ਇਸ ਦੇ ਸੰਬੰਧ ਵਿੱਚ ਗੁਰੂ ਦਾ ਹੁਕਮ ਇਉਂ ਲਿਖਿਆ ਹੈ, ਦੋਵੇਂ ਵੇਲੇ ਉਠ ਬੰਧਿਓ ਦਸਤਾਰੇ, 8 ਪਹਿਰ ਰੱਖਿਓ ਸ਼ਸਤਰ ਸੰਭਾਲੇ, ਪਰ ਚੀਨ ਪੰਥ ਪ੍ਰਕਾਸ਼, ਸ਼ਸਤਰਨ ਕੋ ਵਿਸਾਹ ਨ ਕਰੈ, ਅੰਗ ਮਨਿੰਦ ਰੈਣ ਦਿਨ ਧਰੈ, ਸੂਰਜ ਪ੍ਰਕਾਸ਼। ਸੋ ਇਸ ਸਭ ਤੋਂ ਜ਼ਰੂਰੀ ਸਿੱਖੀ ਦੇ ਨਿਯਮ ਨੂੰ ਜਿਸ ਤਰ੍ਹਾਂ ਇਹਨਾਂ ਨੇ ਨਿਭਾਇਆ ਹੈ, ਹੋਰ ਕਿਸੇ ਨੇ ਨਹੀਂ ਨਿਭਾਇਆ।
ਕਈ ਹੋਰ ਸਿੰਘ ਵੀ ਹਨ ਜੋ ਹੱਥਾਂ ਵਿੱਚ ਵੱਡੀਆਂ ਵੱਡੀਆਂ ਕਿਰਪਾਨਾਂ ਫੜੀ ਫਿਰਦੇ ਹਨ, ਪਰ ਚਲਾਉਣ ਦੀ ਜਾਚ ਕਿਸੇ ਨੂੰ ਨਹੀਂ। ਇਸ ਤਰ੍ਹਾਂ ਦੀ ਕਿਰਪਾਨ ਤਾਂ ਕਈ ਵਾਰੀ ਰੱਖਣ ਵਾਲੇ ਲਈ ਹਾਨੀਕਾਰਕ ਵੀ ਹੋ ਸਕਦੀ, ਪਰ ਜਿਤਨੇ ਬੁੱਢਾ ਦਲ ਆਦਿਕ ਜਥਿਆਂ ਨਾਲ ਸੰਬੰਧ ਰੱਖਣ ਵਾਲੇ ਸਿੰਘ ਹਨ, ਉਹ ਸ਼ਸਤਰ ਅਭਿਆਸ ਜ਼ਰੂਰ ਕਰਦੇ ਹਨ। ਸਾਡੇ ਗੁਰਦੁਆਰਿਆਂ ਵਿੱਚ ਕਥਾ ਕੀਰਤਨ, ਪਾਠ ਅਤੇ ਲੈਕਚਰਾਂ ਦੇ ਲੰਬੇ ਲੰਬੇ ਪ੍ਰੋਗਰਾਮ ਚੱਲਦੇ ਹਨ। ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ, ਪਰ ਸ਼ਸਤਰ ਅਭਿਆਸ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਹਾਲਾਂਕਿ ਜਿਸ ਤਰ੍ਹਾਂ ਹਰ ਇੱਕ ਸਿੱਖ ਲਈ ਨਾਮ ਬਾਣੀ ਦਾ ਨਿਤਨੇਮ ਜ਼ਰੂਰੀ ਹੈ, ਇਸੇ ਤਰ੍ਹਾਂ ਸ਼ਸਤਰ ਅਭਿਆਸ ਵੀ। ਇਸ ਦੇ ਸੰਬੰਧ ਵਿੱਚ ਸਿੱਖ ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ ਮਿਲਦਾ ਹੈ, ਜਥਾ ਸ਼ਾਸਤਰਨ ਕੋ ਨਿਤ ਪ੍ਰਤ ਅਭਿਆਸਾ, ਨਹੀਂ ਤੁਰਕ ਪਰ ਔਰ ਵਿਸਵਾਸਾ, ਸੂਰਜ ਪ੍ਰਕਾਸ਼। ਪਰ ਇਹ ਫਖਰ ਨਿਹੰਗਾਂ ਸਿੰਘਾਂ ਨੂੰ ਹੀ ਹੈ ਕਿ ਉਹਨਾਂ ਨੇ ਸਿੱਖੀ ਦੇ ਇਹ ਦੋਵੇਂ ਪੱਖ, ਨਾਮ ਬਾਣੀ ਤੇ ਸ਼ਸਤਰ ਅਭਿਆਸ, ਕਾਇਮ ਰੱਖੇ ਹਨ। ਇਹਨਾਂ ਦਾ ਬਾਣਾ ਪੁਰਾਣੇ ਸਿੰਘਾਂ ਦੀ ਫੌਜੀ ਵਰਦੀ ਦਾ ਨਮੂਨਾ ਹੈ। ਇਸੇ ਬਾਣੇ ਨੂੰ ਪਹਿਨ ਕੇ ਸਿੰਘਾਂ ਨੇ ਜੰਗ ਕੀਤੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਨ੍ਹਾਂ ਦੇ ਨਾਮ ਤੇ ਸਾਰਾ ਖਾਲਸਾ ਪੰਥ ਮਾਣ ਕਰਦਾ ਹੈ। ਇਸ ਲਈ ਭਾਈ ਰਣਧੀਰ ਸਿੰਘ ਜੀ ਦਾ ਇਹਨਾਂ ਨੂੰ ਨਿਰਾਦਰ ਭਰੇ ਸ਼ਬਦਾਂ ਨਾਲ ਯਾਦ ਕਰਨਾ, ਜਿਹਾ ਕਿ ਡਲੇ ਖਾਣੇ, ਅੱਧ ਪਚੱਧ ਹਿੰਦੂ, ਨਕਲੀ ਨਿਹੰਗ ਆਦਿਕ ਕਿਸ ਤਰ੍ਹਾਂ ਚੰਗਾ ਕਿਹਾ ਜਾ ਸਕਦਾ ਹੈ। ਅਕਾਲੀ ਕੌਰ ਸਿੰਘ ਜੀ ਨਿਹੰਗ ਨੂੰ ਖੂਨੀ ਆਖਿਆ। ਭਾਈ ਰਣਧੀਰ ਸਿੰਘ ਨੇ ਅਕਾਲੀ ਕੌਰ ਸਿੰਘ ਨਾਲ 1944 ਵਿੱਚ ਸ੍ਰੀਨਗਰ ਕਸ਼ਮੀਰ ਵਿੱਚ ਸਰਦਾਰ ਦਿਆਲ ਸਿੰਘ ਜੀ ਦੇ ਮਕਾਨ ਤੇ ਹੋਈ ਗੋਸ਼ਟ ਦੇ ਸਿਰਲੇਖ ਹੇਠ ਇਸ ਤਰ੍ਹਾਂ ਲਿਖਿਆ ਹੈ। ਅਕਾਲੀ ਜੀ ਮਿਲਣ ਹਿੱਤ ਸਰਦਾਰ ਦਿਆਲ ਸਿੰਘ ਦੇ ਮਕਾਨ ਤੇ ਆਏ, ਜਿੱਥੇ ਹੋਰ ਵੀ ਸੱਜਣ ਜਨ ਬੈਠੇ ਸੀ। ਉਹ ਅੱਗੇ ਵਾਂਗ ਗਲ ਵਕੜੀ ਪਾਉਣ ਲਈ ਬਾਹਾਂ ਪਸਾਰ ਕੇ ਮੇਰੀ ओर ਵਧੇ। ਤਿਸ ਪਰ ਨਿਧੜਕ ਹੋ ਕੇ ਮੈਂ ਸਪਸ਼ਟ ਆਖਿਆ, ਮੈਂ ਆਪ ਦੇ ਨਾਲ ਹੁਣ ਜੱਫੀ ਕਦੇ ਨਹੀਂ ਪਾਉਣੀ, ਬਸ ਦੂਰੋਂ ਫਤਿਹ ਹੀ ਗਜਾਉਣੀ ਹੈ। ਅਕਾਲੀ ਕੌਰ ਸਿੰਘ ਮੀਸਣ ਪਣੀ ਹਾਸੀ ਨਾਲ, ਕਿਉਂ ਕੀ ਕਸੂਰ ਹੋਇਆ? ਮੈਂ, ਤੁਸੀਂ ਸੱਜਰੇ 2 ਖੂਨ ਕੀਤੇ ਹਨ, ਖੂਨੀਆਂ ਨਾਲ ਜੱਫੀ ਕਹੀ। ਅਕਾਲੀ ਕੌਰ ਸਿੰਘ ਤਰਬ ਕੇ, ਕਿਉਂ ਜੀ, ਕਿਹੜੇ ਖੂਨ ਕੀਤੇ ਹਨ? ਮੈਂ, ਆਹ ਦੇਖੋ ਸੱਜਰਾ ਖਤ ਆਇਆ ਹੈ ਕਿ ਉਹ ਭਾਈ ਨਰਿੰਦਰ ਸਿੰਘ ਪਿਆਰਾ ਮਹਿੰਦੀਪੁਰ ਵਾਲਾ, ਜਿਸ ਨੂੰ ਤੁਸੀਂ ਮੁਰਗੀ ਮਾਰ ਕੇ ਆਪਣੇ ਹੱਥੀਂ ਖੁਆ ਕੇ ਆਏ ਹੋ, ਉਹ ਚਲਾਣਾ ਕਰ ਗਿਆ। 8-9 ਸਾਲ ਤੋਂ ਉਹ ਤਪਦਿਕ ਨਾਲ ਬਿਮਾਰ ਸੀ। ਉਹ ਐਸੇ ਅਡੋਲ ਸਿਦਕ ਭਰੋਸੇ ਵਾਲਾ ਸੀ ਕਿ ਉਸ ਨੂੰ ਬਥੇਰੇ ਡਾਕਟਰ ਹਕੀਮ ਆਦਿਕ ਕਹਿ ਥੱਕੇ ਕਿ ਤੂੰ ਮਾਸ ਅੰਡੇ ਖਾ, ਪਰ ਉਸਨੇ ਮਾਸ ਨਹੀਂ ਖਾਧਾ। ਉਸ ਦੇ ਸਾਖ ਸੰਬੰਧੀ ਸਿਆਣੇ ਵੀ ਬਥੇਰਾ ਜ਼ੋਰ ਲਾ ਹਟੇ, ਪਰ ਉਸ ਦਾ ਸਿਦਕ ਭਰੋਸਾ ਨਾ ਹੀ ਡੋਲਿਆ। ਨੋਟ: ਅਡੋਲ ਸਿਦਕ ਭਰੋਸੇ ਵਾਲਾ ਜਦ ਡੋਲ ਹੀ ਗਿਆ ਤਾਂ ਫਿਰ ਅਡੋਲ ਸਿਦਕ ਭਰੋਸੇ ਵਾਲਾ ਕਹਿਣਾ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ। ਇਸ ਸਿਦਕ ਭਰੋਸੇ ਤੇ ਅਡੋਲ ਰਹਿਣ ਸਦਕਾ ਸਗੋਂ ਉਸ ਦੀ ਸਿਹਤ ਦਿਨੋਂ ਦਿਨ ਚੰਗੀ ਤੋਂ ਚੰਗੀ ਹੁੰਦੀ ਗਈ। ਅੱਗੇ ਨਾਲੋਂ 18-20 ਪੌਂਡ ਵਜ਼ਨ ਵੀ ਵੱਧ ਗਿਆ। ਡਾਕਟਰ ਜਨ ਸਭ ਹੈਰਾਨ ਸਨ। ਸਾਰੇ ਇਹੋ ਆਖਦੇ ਸਨ ਕਿ ਇਸ ਦੀ ਸਿਦਕ ਅਡੋਲਤਾ ਨੂੰ ਇਹ ਸਭ ਫਲ ਲੱਗੇ ਹਨ, ਜਿਸ ਦੇ ਕਾਰਨ ਭਜਨ ਅਭਿਆਸ ਦੀ ਅਰੂੜਤਾ ਵੀ ਦਿਨੋਂ ਦਿਨ ਵੱਧਦੀ ਗਈ। ਆਪ ਨੇ ਜਿਸ ਦਿਨ ਦੀ ਮੁਰਗੀ ਮਾਰ ਕੇ ਉਸ ਨੂੰ ਖਵਾਈ, ਉਸੇ ਦਿਨ ਤੋਂ ਉਸ ਦੀ ਸਿਹਤ ਡਿੱਗਣ ਲੱਗ ਪਈ। ਉਸ ਦੇ ਸਿਦਕ ਭਰੋਸੇ ਨੂੰ ਐਸੀ ਠੇਸ ਲੱਗੀ ਕਿ ਉਸ ਦੀ ਭਜਨ ਬੰਦਗੀ ਵੀ ਰਹਿ ਖਲੋਤੀ। ਜਿਉਂ-ਜਿਉਂ ਮਾਸ ਖਾਵੇ ਤਿਉਂ-ਤਿਉਂ ਹੇਠਾਂ ਹੀ ਹੇਠਾਂ ਜਾਵੇ। ਓੜਕ ਥੋੜੇ ਦਿਨਾਂ ਵਿੱਚ ਹੀ ਮਾਸ ਖਾਣ ਨੇ ਉਸ ਨੂੰ ਲੈ ਲਿਆ। ਸੋ ਇੱਕ ਤਾਂ ਆਪ ਨੇ ਉਸ ਦੀ ਮੁੱਢ ਤੋਂ ਬੱਝੀ ਹੋਈ ਸਿਦਕ ਸ਼ਰਧਾ ਦਾ ਖੂਨ ਕੀਤਾ, ਦੂਜਾ ਉਸ ਦਾ ਖੂਨ ਕੀਤਾ, ਅਤੇ ਤੀਜਾ ਮੁਰਗੀ ਮਾਰਨ ਮਰਾਉਣ ਦੇ ਅਣਗਿਣਤ ਖੂਨ ਤੁਹਾਡੇ ਸਿਰ ਵੱਖਰੇ ਹਨ। ਉਹ ਖਬਰ ਨਹੀਂ ਆਪ ਨੇ ਕਿਤਨੇ ਕੋ ਬੇਅੰਤ ਕੀਤੇ ਕਮਾਏ ਹੋਣਗੇ ਤਾਂ ਤੇ ਆਪ ਜੈਸੇ ਖੂਨੀ ਪੁਰਸ਼ ਨਾਲ ਜੱਫੀਆਂ ਪਾਉਣੀਆਂ, ਜੱਫੀ ਪਾਉਣ ਵਾਲੇ ਸੱਚ ਸਨੇਹ ਦਾ ਖੂਨ ਕਰਨਾ ਹੈ। ਆ ਵਿਚਾਰਾ ਅਤ ਪਿਆਰਾ ਨਰਿੰਦਰ ਸਿੰਘ ਆਪ ਦੇ ਪੋਚ ਪ੍ਰਚਾਰ ਦਾ ਸ਼ਿਕਾਰ ਹੋ ਗਿਆ। ਪੋਚ ਪ੍ਰਚਾਰ ਦਾ ਭਾਵ ਨੀਚ ਪ੍ਰਚਾਰ। ਇਸ ਵਾਰਤਾਲਾਪ ਨੂੰ ਪੜ੍ਹ ਕੇ ਹਰ ਇੱਕ ਸਿਆਣਾ ਸੱਜਣ ਇਸ ਸਿੱਟੇ ਉੱਤੇ ਪਹੁੰਚ ਸਕਦਾ ਹੈ ਕਿ ਭਾਈ ਰਣਧੀਰ ਸਿੰਘ ਜੀ ਦਾ ਇਹ ਸਾਰਾ ਬੋਲ ਚਾਲ ਸਬਤਾਹੀਣ ਸੀ। ਅਕਾਲੀ ਜੀ ਤਾਂ ਆਪ ਦੇ ਇਸ ਕੋਝੇ ਵਤੀਰੇ ਨੂੰ ਦੇਖ ਕੇ ਮੁਸਕਰਾਉਂਦੇ ਹਨ, ਗੁੱਸੇ ਨੂੰ ਨੇੜੇ ਨਹੀਂ ਆਉਣ ਦਿੰਦੇ, ਪਰ ਆਪ ਉਸ ਨੂੰ ਮੀਸਣਪਣੀ ਹਾਸੀ ਆਖ ਰਹੇ ਹਨ। ਜਿਸ ਤਰ੍ਹਾਂ ਦੇ ਬਚਨ ਭਾਈ ਸਾਹਿਬ ਨੇ ਬੋਲੇ ਹਨ, ਉਹਨਾਂ ਦੇ ਬੋਲਣ ਵੇਲੇ
ਉਹਨਾਂ ਆਪਣੀ ਸ਼ਕਲ ਸੂਰਤ ਵੀ ਉਸੇ ਤਰ੍ਹਾਂ ਦੀ ਬਣਾ ਲਈ ਹੋਵੇਗੀ। ਪਰ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਸ ਵੇਲੇ ਕਿਸੇ ਫੋਟੋਗ੍ਰਾਫਰ ਨੇ ਉਹਨਾਂ ਦੀ ਤਸਵੀਰ ਨਹੀਂ ਖਿੱਚੀ। ਜੇ ਖਿੱਚੀ ਹੁੰਦੀ ਤਾਂ ਮੈਂ ਉਸ ਨੂੰ ਨਾਲ ਹੀ ਛਾਪ ਦਿੰਦਾ ਤੇ ਉਹਨਾਂ ਦੇ ਉਸ ਸ਼ਾਂਤੀ ਸਰੂਪ ਨੂੰ ਦੇਖ ਕੇ ਸੰਗਤਾਂ ਨਿਹਾਲ ਹੁੰਦੀਆਂ ਰਹਿੰਦੀਆਂ। ਭਾਈ ਨਰਿੰਦਰ ਸਿੰਘ ਦਾ ਖੂਨ ਕਿਸ ਦੇ ਜ਼ਿੰਮੇ? ਭਾਈ ਰਣਧੀਰ ਸਿੰਘ ਜੀ ਨੇ ਮੁਰਗੀ ਮਾਰ ਕੇ ਖਵਾਉਣ ਦੇ ਬਹਾਨੇ ਅਕਾਲੀ ਕੌਰ ਸਿੰਘ ਜੀ ਨੂੰ ਭਾਈ ਨਰਿੰਦਰ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਬਣਾਇਆ ਹੈ। ਪਰ ਜੇ ਡੂੰਘੇ ਖਿਆਲ ਨਾਲ ਵਿਚਾਰ ਕੀਤੀ ਜਾਵੇ ਤਾਂ ਉਸ ਦੀ ਕੁਵੇਲੇ ਮੌਤ ਦੀ ਜ਼ਿੰਮੇਵਾਰੀ ਭਾਈ ਰਣਧੀਰ ਸਿੰਘ ਜੀ ਉੱਤੇ ਵੀ ਆ ਸਕਦੀ ਹੈ, ਜਿਸ ਨੇ ਉਸ ਨੂੰ ਮਾਸ ਖਾਣਾ ਸਿੱਖੀ ਅਸੂਲ ਦੇ ਵਿਰੁੱਧ ਦੱਸ ਕੇ ਇਸ ਤੋਂ ਹਟਾਇਆ ਸੀ, ਜਿਸ ਕਰਕੇ ਉਸਨੇ ਡਾਕਟਰਾਂ ਦੇ ਕਹਿਣ ਤੇ ਵੇਲੇ ਸਿਰ ਮਾਸ ਨਾ ਖਾਧਾ, ਜਿਸ ਕਰਕੇ ਉਸ ਦੀ ਬਿਮਾਰੀ ਵੱਧ ਗਈ। ਜਦ ਬਿਮਾਰੀ ਨੇ ਉਸ ਨੂੰ ਚੰਗੀ ਤਰ੍ਹਾਂ ਜਕੜ ਲਿਆ ਤਾਂ ਮਾਸ ਖਾਣਾ ਵੀ ਮੰਨ ਗਏ। ਇਉਂ ਜਾਪਦਾ ਹੈ ਕਿ ਉਸ ਨੇ ਮਾਸ ਖਾਣਾ ਤਾਂ ਪ੍ਰਵਾਨ ਕਰ ਲਿਆ, ਪਰ ਉਸ ਦੇ ਅੰਦਰ ਮਾਸ ਖਾਣ ਦੇ ਵਿਰੁੱਧ ਇਹ ਵਹਿਮ ਕੁੱਟ-ਕੁੱਟ ਕੇ ਭਰਿਆ ਗਿਆ ਸੀ ਕਿ ਮਾਸ ਖਾਣਾ ਪਾਪ ਹੈ, ਜਿਸ ਕਰਕੇ ਉਸ ਦੇ ਅੰਦਰ ਇਹ ਗਮ ਪੈਦਾ ਹੋ ਗਿਆ ਕਿ ਮੈਂ ਆਪਣੀ ਜਾਨ ਬਚਾਉਣ ਵਾਸਤੇ ਮਾੜਾ ਕਰਮ ਕਰਨ ਲੱਗ ਪਿਆ। ਜਿਸ ਗਮ ਦੇ ਕਾਰਨ ਉਹ ਦਿਨੋਂ ਦਿਨ ਹੇਠਾਂ ਹੀ ਹੇਠਾਂ ਗਿਆ, ਪਰ ਅਖੀਰ ਨੂੰ ਪ੍ਰਾਣ ਤਿਆਗ ਗਿਆ। ਇਸ ਲਈ ਅਸੀਂ ਤਾਂ ਇਸ ਨੂੰ ਭਾਈ ਰਣਧੀਰ ਸਿੰਘ ਜੀ ਦੇ ਪੋਜ ਪ੍ਰਚਾਰ ਦਾ ਨਤੀਜਾ ਹੀ ਸਮਝਦੇ ਹਾਂ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਭਾਈ ਨਰਿੰਦਰ ਸਿੰਘ ਜੀ ਉਸੇ ਵੇਲੇ ਅਕਾਲੀ ਜੀ ਦੇ ਕਹੇ ਕੁਕੜੀਆਂ ਖਾਣ ਨਾਲ ਬਚ ਜਾਂਦੇ, ਜਿਸ ਤਰ੍ਹਾਂ ਅੱਜ ਕੱਲ੍ਹ ਹਜ਼ਾਰਾਂ ਦੀ ਗਿਣਤੀ ਵਿੱਚ ਟੀਬੀ ਦੇ ਬਿਮਾਰ ਮੁਰਗੀ ਅੰਡਾ ਖਾ ਰਹੇ ਹਨ ਤੇ ਇਸ ਰੋਗ ਤੋਂ ਛੁਟਕਾਰਾ ਪਾ ਰਹੇ ਹਨ, ਤਾਂ ਫਿਰ ਇਸ ਦੇ ਬਾਰੇ ਕੀ ਰਾਏ ਹੋਣੀ ਚਾਹੀਦੀ ਸੀ ਕਿ ਉਸ ਵੇਲੇ ਕੁਕੜੀਆਂ ਖਵਾ ਕੇ ਭਾਈ ਨਰਿੰਦਰ ਸਿੰਘ ਵਰਗੇ ਗੁਰਮੁਖ ਦਾ ਬਚਾਉਣਾ ਚੰਗਾ ਸੀ ਕਿ ਕੁਕੜੀਆਂ ਬਚਾ ਕੇ ਉਸ ਨੂੰ ਮਰ ਜਾਣ ਦੇਣਾ ਪੁੰਨ ਸੀ। ਇਹੋ ਜਿਹੇ ਪੁੰਨਾਂ ਦੀ ਬਾਬਤ ਹੀ ਤਾਂ ਆਖਿਆ ਗਿਆ ਹੈ, ਪਾਪੀ ਕੋ ਦੋਜਕ ਨਹੀਂ ਧਰਮੀ ਦੋਜਕ ਜਾਹੇ, ਐਸਾ ਧਰਮ ਵਿਚਾਰ ਕੇ ਮਤ ਕੋਈ ਧਰਮ ਕਮਾਹੇ। ਕਿਤਾਬ ਝਟਕਾ ਪ੍ਰਕਾਸ਼, ਲੇਖਕ ਗਿਆਨੀ ਨਿਰੰਜਨ ਸਿੰਘ ਸਰਲ, ਭਾਗ 14ਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।